सो हुण मग्घर दे महीने तो उपदेश बख्शिश कर रहे ने महाराज कि जिहड़े जीव सतसंगत विच बैठ के वाहिगुरू दा सिमरन करते ने वो सुखी रहिंदे होए नाल नाल दोनों लोकां विच शोभा भी प्राप्त करते ने। जिहड़े सिमरन नहीं करते वो संसार विच दुखी रहिंदे ने अते उन्हां दा परलोक भी विगड़ जांदा। वाहिगुरू सच्चे पातशाह महाराज फरमाउंदे ने, मंघिर माहे सुहंदिया हर पिर संग बैठड़िया। मंघिर तो भाव मम्मे उत्ते टिप्पी घग्गे सिहारी रारे सिहारी। मंघिर इस तरह घग्गा भारा करके बोलना, धद्दा भारा करके बोलीदा। सो मग्घर दे महीने द्वारा कथन करते ने वो जीव रूप इस्त्रियाँ जिहड़ियां संसार दे विच सुहंदियां सोभनीक ने, जो वाहिगुरू रूप पति दे नाल मिल बैठियां ने, जो हरि सारिਆਂ ਨੂੰ हरे भरे करन वाला है, हर एक थां ते है। ਜਿਹੜੀਆਂ जीव रूप इस्त्रियां ਉਹਦੇ भजन सिमरन ਵਿੱਚ जुड़ियां ਹੋਈਆਂ ਨੇ, ਉਹ ਲੋਕ ਅਤੇ ਪਰਲੋਕ ਹਰ ਥਾਂ ਤੇ ਹੀ ਸ਼ੋਭਾ ਪਾਉਂਦੀਆਂ ਨੇ। ਜਿੱਥੇ ਵੀ ਚਲੇ ਜਾਣ ਉੱਥੇ ਹੀ ਸ਼ੋਭਾ ਪਾਉਂਦੇ ਨੇ। ਭਾਵੇਂ ਉਹ ਧਰਮਰਾਜ ਦੇ ਦਰ ਤੇ ਰਾਜੇ ਜਨਕ ਵਾਂਗੂ ਚਲੇ ਜਾਣ, ਭਾਵੇਂ ਉਹ ਸੁਭਾਵਕ ਹੀ ਆਪਣੀ ਮਰਜ਼ੀ ਨਾਲ ਸਵਰਗਾਂ ਦਾ ਗੇੜਾ ਲਾ ਦੇਣ, ਭਾਵੇਂ ਉਹ ਆਕਾਸ਼ ਵਿੱਚ ਚਲੇ ਜਾਣ, ਪਤਾਲ ਵਿੱਚ ਚਲੇ ਜਾਣ, ਉਹਨਾਂ ਦੀ ਸ਼ੋਭਾ ਹਰ ਜਗ੍ਹਾ ਹੀ ਹੁੰਦੀ ਹੈ। ਔਰ ਫਿਰ ਉਹਨਾਂ ਦੀ ਸ਼ੋਭਾ ਗਿਣ ਨਹੀਂ ਸਕਦੇ ਕਿੰਨੀ ਵੱਡੀ ਹੁੰਦੀ। ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਮੈਂ ਉਹਨਾਂ ਦੀ ਕੀ ਸ਼ੋਭਾ ਗਿਣਨਾ ਕਰਾਂ, ਕੀ ਦੱਸਾਂ ਉਹਨਾਂ ਦੀ ਸ਼ੋਭਾ ਤੁਹਾਨੂੰ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮੇਲ ਲਿਆ। ਕਿਸੇ बहुत अमीर व्यक्ति की पत्नी किन्ना माण उन्होंने मिलता, पर किसी देश के वड्डे अहुदे ते बैठे हुए बंदे की पत्नी होर ज़्यादा माण प्राप्त करती है। विष्णु की पत्नी लक्ष्मी वो सब तो ही ज़्यादा माण प्राप्त करती दुनिया च। किसी भी उच्चे अहुदे ते बैठे हुए देवी देवता की पत्नी होवे उन्होंने माण मिलता, पर जिन्ना माण रब की पत्नी नूं मिलता, जीव रूप इस्त्री नूं मिलता, जिहड़े एक बार उहदे विच लीन हो जाते ने, उहदे मूहरे सारे ही झुक जाते ने। धन हो तू धनता जोग है, तैनूं वाहिगुरू ने अपनाया। इतनी तिन्ना लोगों शोभा हुंदी है, महाराज कहते गिण ही नहीं सकते, आपां अंदाज़ा भी नहीं ला सकते कि इन्नी शोभा हुंदी होवेगी रब दे प्यारियां दी। तन मन मौलिया राम स्याओ संग साध सहेलड़िया। जो संतां रूप सहेलियां नाल मिलियां ने, संग साध सहेलड़िया जगियासुआं नाल मिलियां ने, वो राम दे नाल मिल के उन्हां दा तन मन जिहड़ा प्रफुल्लित हो गया। उन्हां दा तन मन राम नाल भाव मौलिया मिल गया, प्रफुल्लित हो गया है। राम तो भाव हुंदा रमिया होया व्यापक होण करके उहदा नाम राम है। एक राम दशरथ का बेटा, एक राम घट घट में लेटा, एक राम का सगल पसारा, एक राम सब हूँ ते न्यारा। सो इस तरह अलग अलग नाम हैं, पर ये राम इत्थे परमात्मा का नाम है। राम जपो जी ऐसे ऐसे, ध्रुव प्रहलाद जप्यो हर जैसे।
ਨਾਰਦ ਮੁਨ ਉਪਦੇਸਿਆ। ਨਾਰਦ ਮੁਨੀ ਜੀ ਨੇ ਜਦੋਂ ਉਪਦੇਸ਼ ਕੀਤਾ ਸੀ ਪ੍ਰਹਿਲਾਦ ਨੂੰ, ਧਰੂ ਨੂੰ, ਉਹਨਾਂ ਨੇ ਕਿਹਾ ਸੀ ਹਰੀ ਹਰੀ ਰਾਮ ਰਾਮ ਦਾ ਜਾਪ ਕਰੋ। ਇਹ ਗੁਰਮੰਤਰ ਸੀ ਉਦੋਂ ਤਾਂ ਹਲੇ ਤ੍ਰੇਤੇ ਵਿੱਚ ਬਾਅਦ ਵਿੱਚ ਰਾਮਚੰਦਰ ਜੀ ਹੋਏ ਨੇ। ਇਸ ਕਰਕੇ ਇਹ ਰਾਮ ਨਾਮ ਜਿਹੜਾ ਪਰਮੇਸ਼ਰ ਦਾ ਹੈ। ਜਦੋਂ ਰਾਮਚੰਦਰ ਜੀ ਨੇ ਪੱਥਰਾਂ ਦੇ ਉੱਤੇ ਲਿਖਿਆ ਸੀ, ਪੱਥਰ ਤਰਨ ਲੱਗ ਗਏ ਸੀ ਸਮੁੰਦਰ 'ਚ, ਉੱਥੇ ਕੇਵਲ ਉਹਨਾਂ ਨੇ ਲਿਖਿਆ ਸੀ ਰਾਮ, ਪਰਮੇਸ਼ਰ ਦਾ ਨਾਮ। ਉੱਥੇ ਉਹਨਾਂ ਨੇ ਰਾਮਚੰਦਰ ਨਹੀਂ ਸੀ ਲਿਖਿਆ। ਇਸ ਕਰਕੇ ਉਹ ਰਾਮ ਦਾ ਆਪ ਵੀ ਨਾਮ ਰਾਮ ਦਾ ਹੀ ਜਪਦੇ ਸੀ। ਰਾਮ ਜੋ ਸਰਬ ਵਿਆਪਕ ਪਰਿਪੂਰਨ ਪਰਮੇਸ਼ਰ ਹੈ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇਲੜੀਆਂ। ਜੋ ਸਤਸੰਗਤ ਤੋਂ ਬਾਹਰ ਰਹਿੰਦੀਆਂ ਨੇ, ਸੰਤਾਂ ਮਹਾਤਮਾ ਤੋਂ ਦੂਰ ਰਹਿਣਾ, ਗੁਰਮੁਖਾਂ ਤੋਂ ਪਰੇ ਰਹਿੰਦੀਆਂ ਨੇ, ਉਹ ਨਰਦਾਂ ਇਕੱਲੀਆਂ ਹੀ ਰਹਿੰਦੀਆਂ। ਉਹਨਾਂ ਦਾ ਵਾਹਿਗੁਰੂ ਪਤੀ ਨਾਲ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਦਵੈਸ਼ ਖੜੀ ਹੋ ਜਾਂਦੀ, ਈਰਖਾ ਖੜੀ ਹੋ ਜਾਂਦੀ। ਪਰਮੇਸ਼ਰ ਨੂੰ ਈਰਖਾ ਚੰਗੀ ਨਹੀਂ ਲੱਗਦੀ, ਦਵੈਸ਼ ਚੰਗੀ ਨਹੀਂ ਲੱਗਦੀ। ਤਾਈਓ ਸਤਿਗੁਰੂ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਸਤਿਗੁਰੂ ਕਹਿੰਦੇ ਨੇ ਸਾਰੇ ਇੱਕ ਥਾਂ 'ਤੇ ਬੜੇ ਪਿਆਰ ਨਾਲ ਮਿਲ ਕੇ ਸਫਾ ਹੁੰਦੀਆਂ ਸੀ। ਪਹਿਲਾਂ ਇਹ ਦਰੀਆਂ ਬਣ ਗਈਆਂ, ਹੁਣ ਗਾਹਾਂ ਗੱਲ ਲੰਘ ਗਈ, ਕਾਰਪੈਟ ਜੇ ਬਣ ਗਏ। ਚੀਜ਼ ਉਹੀ ਹੈ। ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਬੈਸੋ ਸਫਾ ਵਿਛਾਏ। ਲਿਖ ਸਕਦੇ ਸੀ ਗੁਰਮੁਖ ਬੈਸੋ ਪਲੰਘ ਡਾਹ ਕੇ, ਕੁਰਸੀਆਂ ਡਾਹ ਕੇ। ਬਾਣੀ ਅੰਦਰ ਆਇਆ ਨਹੀਂ ਐਸਾ ਜ਼ਿਕਰ। ਮੂੜੇ 'ਤੇ ਬਹਿ ਜਾਓ, ਪਲੰਘ 'ਤੇ ਬੈਠ ਜਾਓ, ਐਸਾ ਕੁਝ ਜ਼ਿਕਰ ਕੀਤਾ ਨਹੀਂ ਗੁਰਾਂ ਨੇ। ਕਿਉਂਕਿ ਮਾਡਰਨ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਪਾਸੇ ਨੂੰ ਚਲੀਆਂ ਜਾਂਦੀਆਂ ਨੇ। ਜਿਵੇਂ ਸੋ ਇਹ ਬੇਨਤੀ ਕੀਤੀ ਇੱਕ ਵਾਰ ਮਹਾਰਾਜ ਨੂੰ ਸਿੰਘਾਂ ਨੇ ਕਿ ਮਹਾਰਾਜ ਲੰਗਰ ਦੇ ਵਿੱਚ ਜੇ ਆਹ ਚੀਜ਼ਾਂ ਬਣਾ ਲਿਆ ਕਰੀਏ ਜਿਵੇਂ ਵਿਆਹ ਸ਼ਾਦੀਆਂ 'ਚ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਫਿਰ ਲੰਗਰ ਨਾ ਹੋਇਆ, ਫਿਰ ਮਾਡਰਨ ਲੰਗਰ ਹੋ ਗਿਆ ਹੈ। ਜੋ ਮਰਿਆਦਾ ਹੈ ਉਹੀ ਰੱਖੋ। ਇਸ ਤਰ੍ਹਾਂ ਦਾ ਇਹ ਬਚਨ ਆਇਆ ਹੈ ਕਿ ਗੁਰਮੁਖ ਬੈਸੋ ਸਫਾ ਵਿਛਾਏ। ਸਫਾ ਵਿਛਾ ਕੇ ਭਾਈ ਗੁਰਦਾਸ ਜੀ ਲਿਖਦੇ ਨੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇਸ ਤਰ੍ਹਾਂ ਤੱਪੜਾਂ ਦੇ ਉੱਤੇ ਸੰਗਤ ਬੈਠਦੀ ਹੈ। ਇਹ ਸੁਤੇ ਸਿੱਧੀ ਪ੍ਰਕਰਨ ਆ ਜਾਂਦਾ। ਮੈਂ ਕੋਈ ਪਿੱਛੋਂ ਤਿਆਰੀ ਨਹੀਂ ਕਰਕੇ ਆਉਂਦਾ, ਨਾ ਮੈਂ ਯਾਦ ਕਰਕੇ ਆਉਣਾ ਕੁਛ। ਜੋ ਬੈਠਿਆਂ ਹੀ ਫੁਰ ਜਾਂਦਾ ਆਪਣੇ ਆਪ ਹੀ। ਕਥਾ ਕਰਦਿਆਂ ਕੁਦਰਤੀ ਚੀਜ਼ ਸਾਹਮਣੇ ਆ ਜਾਂਦੀ ਆਪਣੇ ਆਪ ਹੀ। ਕਿਸੇ ਨੂੰ ਮੈਂ ਸੰਬੋਧਨ ਵੀ ਨਹੀਂ ਕਰਦਾ ਕਿ ਤੁਸੀਂ ਆਹ ਕਰਦੇ ਹੋ। ਸੁਭਾਵਕ ਇੱਕ ਜਦੋਂ ਗੁਰਮਤਿ ਦੀ ਥਰਮਾਮੀਟਰ ਗੁਰਮਤਿ ਦਾ ਲੱਗਦਾ, ਜਦੋਂ ਆਪਾਂ ਮਿਣਦੇ ਹਾਂ ਕਿਸੇ ਚੀਜ਼ ਨੂੰ, ਸੁਭਾਵਕ ਹੀ ਉਹ ਕਈ ਗੱਲਾਂ ਨਾਲ ਰਲ ਜਾਂਦਾ, ਪਰ ਉਹਦੇ ਤੋਂ ਬਿਨਾਂ ਆਪਣਾ ਗੁਜ਼ਾਰਾ ਵੀ ਨਹੀਂ। ਗੁਰਮਤਿ ਦੀਆਂ ਸੇਧਾਂ ਲੈ ਕੇ ਹੀ ਆਪਾਂ ਪਤਾ ਕਰ ਸਕਦੇ ਹਾਂ ਗੁਰਮਤਿ ਅਤੇ ਦੁਰਮਤਿ ਕੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਹਰੀਪਤੀ ਨਾਲ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹ ਸਤਸੰਗਤ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ, ਗੁਰੂ ਦੇ ਹੁਕਮ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ। ਸਾਡੇ ਏਡੇ ਵੱਡੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਕਿਤੇ ਗਏ ਨੇ, ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਗੁਰਦੁਆਰਾ ਬਹੁਲਤਾ ਕਰਕੇ ਕਦੇ ਵੀ ਸ਼ਹਿਰ ਦੇ ਅੰਦਰ ਨਹੀਂ ਮਿਲੇਗਾ। ਗੁਰੂ ਨਾਨਕ ਸਾਹਿਬ ਦੇ ਜਿੰਨੇ ਗੁਰੂ ਘਰ ਜਾਂ ਬਾਕੀ ਗੁਰੂ ਸਾਹਿਬ ਵੀ ਬਹੁਤਾ ਜ਼ਿਆਦਾਤਰ ਸ਼ਹਿਰ ਤੋਂ ਬਾਹਰ ਹੀ ਜਾ ਕੇ ਬੈਠਿਆ ਕਰਦੇ ਸੀ। ਉਹ ਵੀ ਥੱਲੇ ਹੀ ਆਸਣ ਲਾ ਦੇਣਾ, ਕਿਸੇ ਦਰਖਤ ਥੱਲੇ ਦੇਖ ਕੇ ਉੱਥੇ ਹੀ
कपड़ा विछा के बस उत्थे बैठ जाना समाधि ला के। सुक्के हुए बाग हरे कीते गुरां ने। इस तरह गुरु साहब वाल देखना चाहिए। पहले पातशाह कित्थे बैठते सन, इत्थों तक पई गुरु अर्जन देव जी महाराज गुरु ग्रंथ साहिब वाले पलंग दे थल्ले हुण भी कपड़ा विछिया। श्री अकाल तख्त साहब दे अंदर कोठा साहब जिथे सुखासन हुंदा है, देखो उहदे थल्ले कपड़ा वो विछिया होया, निशानी है भी गुरु साहब रात नूं पलंग ते नहीं सी विराजमान हुंदे। पलंग ते गुरु ग्रंथ साहिब दा स्वरूप हुंदा सी। आप जी वो पलंग दे थल्ले विराजिया करते सी, थल्ले कपड़ा विछा के। ये चीज़ देखण वाली। फिर जदों आपां भगती करते हैं, की कहना शरीर ज़्यादा बिरध हो जाए, बैठना औखा हो जाए, भगती हमेशा धरती उत्ते बह के ही ज़्यादा ठीक रहिंदी है। भगती जदों करते ने, समाधि लाउंदे ने, जोगी योगा करते ने, समाधियां किन्ना किन्ना समा धरती उत्ते बह के बिल्कुल थल्लियों थां पद्धरा होवे, फिर ही समाधि लगती। सो इस तरह सतगुरु महाराज सच्चे पातशाह बख्शिश करते हैं। सावधान एकाग्र चीत हो के भगती करनी, गुरमुख बैसो सफा विछाए। सत संगत विच बहन नाल मन का टिकाव बनता, उच्चा नीवा पुणा खत्म हुंदा। सत संगत विच खत्री ब्राह्मण सूद वैस उपदेश चौं वरना कौ सांझा। सत संगत विच छोटा बड़ा उच्चा नीवा सब बैठते ने। देखोगे बहुते थावां ते दरवाजे घट हुंदे ने, पर हरमंदर साहब दे 4 दरवाजे इसे करके रखे आ, चारे पासों ही खुला है। किसी दिशा चो कोई आओ, कोई छोटा आओ बड़ा आओ, हर एक लई हरमंदर साहब साझा है। सो इस तरह सतगुरु महाराज की जिथे सोच खड़ी है, आपां नूं उत्थे उत्ते जाना पैना है। साडी सोच बहुत थल्ले थल्ले ही है। अपनी सोच नूं उच्चा चक्कीए। गुरु साहब ने जो गुरु ग्रंथ साहिब दे विच उपदेश करना है, ये तो आपां नूं आप ही समझ लग जानी है। सतगुरु कहते जिहड़े सतसंगत तो बाहर ने, कल्ले कल्ले जे तुरे फिरदे ने, संगत विच बह के राजी नहीं गे, हौमे विच ने अपनी विच, तैन दुख ना कबहू उतरै से जम कै वस पड़िया। उन्हां दा दुख कदे उतरदा नहीं, कदे गलों नहीं लै सकदा। वो अंत नूं जमां दे वस विच ही पैणगियां। जिन्नी राविया प्रभ अपना से दिसन नित खड़िया। जिन्ना सखियां ने अपने वाहिगुरू दे आनंद नूं राविया है, माणिया है, वो नित हमेशा ही वाहिगुरू दे दरबार विच सावधान खड़ियां मिलणगियां। समाध चित्त हो के उत्थे समाधि ला के जां खड़े हो के जां हमेशा गुरु की हजूरी च बैठ के वो दर्शन करते हैं। जिन्हां ने इत्थे राविया का मतलब हुंदा एक सरीरक हुंदा विकार, यह है आत्मक तौर पर आनंद मानना। क्योंकि वाहिगुरू माया तो रहत, वाहिगुरू दे विच साडी जदों आत्मा लीन हुंदी है, वो जिहड़ा आनंद है ਉਹਦਾ ਤਾਂ ਕੋਈ ਅੰਤ ਹੀ ਨਹੀਂ। ਇੱਥਾ ਨਾਦ ਵਿਨੋਦ ਕੋੜ ਆਨੰਦ ਹੁੰਦਾ। ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆ। ਰਤਨ ਤੋਂ ਭਾਵ ਹੁੰਦਾ ਵਿਰਾਗ, ਜਵੇਹਰ ਹੁੰਦਾ ਗਿਆਨ, ਲਾਲ ਤੋਂ ਭਾਵ ਹੈ ਪ੍ਰੇਮ, ਮੋਤੀ ਤੋਂ ਭਾਵ ਹੁੰਦੀ ਸ਼ੁੱਧਤਾ, ਮਣੀ ਹੁੰਦੀ ਭਗਤੀ, ਹੀਰਾ ਨਾਮ ਹੁੰਦਾ ਇਤਿਆਦਿਕ। ਇਹ ਸ਼ੁਭ ਗੁਣ ਜਿਹੜੇ ਵਾਹਿਗੁਰੂ ਨੇ ਉਹਨਾਂ ਦੇ ਕੰਠ ਵਿੱਚ ਭਾਵ ਗਲ ਦੇ ਵਿੱਚ ਜੜ ਦਿੱਤੇ। ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਵਸਾ ਦਿੱਤੇ ਨੇ। ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ। ਮਹਾਰਾਜ ਫਰਮਾਉਂਦੇ ਨੇ ਉਹਨਾਂ ਦੀ ਚਰਨ ਧੂੜ ਨੂੰ ਬਾਂਛੈ ਚਾਹੁਣਾ ਕਰ ਤੂੰ ਵੀ, ਜੋ ਵਾਹਿਗੁਰੂ ਦੇ ਦਰਵਾਜ਼ੇ ਦੀ ਸ਼ਰਨ ਵਿੱਚ ਪਈਆਂ ਹੋਈਆਂ ਨੇ। सतसंग दरवाजे अंदर आके जो वाहिगुरू की शरण में पईयां ने। भगत कबीर जी जिमें फरमाउंदे ने, कबीर जेह दर आवत जाते आहो हटकै नाही कोए, सो दर कैसे छोड़िए जो दर ऐसा होए।
ਕਬੀਰ ਜੀ ਕਹਿੰਦੇ ਨੇ ਹਰੀ ਦੇ ਦਰ ਦੇ ਉੱਤੇ ਜਾ ਕੇ ਬੈਠਣਾ ਕਰ, ਉਹ ਦਰ ਨਾ ਛੱਡ, ਇਹੀ ਦਰ ਸਭ ਤੋਂ ਵੱਡਾ ਦਰ ਹੈ। ਮੰਗਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਜੇ ਵਾਹਿਗੁਰੂ ਨੂੰ ਆਰਾਧਨਾ ਕਰਦੀਆਂ ਜੀਵ ਰੂਪ ਇਸਤਰੀਆਂ, ਉਹ ਬਹੁੜ ਹੁੰਦਾ ਮੁੜ ਕੇ, ਜੰਮਦੀਆਂ ਮਰਦੀਆਂ ਨਹੀਂ, ਫੇਰ ਨਹੀਂ ਆਉਂਦੀਆਂ ਸੰਸਾਰ ਦੇ ਅੰਦਰ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਜਿਹੜੀ ਚੀਜ਼ ਮਹਾਰਾਜ ਨੂੰ ਭਾਉਂਦੀ ਆ ਉਹਦੇ ਬਾਰੇ ਸੋਚੋ ਹਮੇਸ਼ਾ। ਕਈ ਵਾਰ ਆਪਾਂ ਆਪਣੀ ਮਰਜ਼ੀ ਨਾਲ ਕਈ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਭਾਉਂਦੀ ਉਹਨਾਂ ਨੂੰ, ਤੁਸੀਂ ਫਿਰ ਬਾਅਦ ਵਿੱਚ ਤੰਗ ਹੋਣਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਇੱਕ ਤਾਂ ਹੁੰਦੇ ਆਮ ਜੀਵ, ਇੱਕ ਹੁੰਦੀਆਂ ਪਹੁੰਚੀਆਂ ਰੂਹਾਂ। ਪਹੁੰਚੀਆਂ ਰੂਹਾਂ ਸਾਰਾ ਕੁਝ ਪਤਾ ਕਰ ਲੈਂਦੀਆਂ ਕਿ ਮਹਾਰਾਜ ਨੂੰ ਕੀ ਪ੍ਰਵਾਨ ਹੈ, ਕੀ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਮੈਂ ਜੋ ਮਰਿਆਦਾ ਸ਼ੁਰੂ ਤੋਂ ਲੈ ਕੇ ਬਣਾਈ ਹੈ 10 ਸਰੂਪਾਂ ਤੱਕ, ਉਹਨੂੰ ਨਾ ਛੇੜੋ, ਨਾ ਬਦਲੋ, ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਉਦੋਂ ਤੱਕ ਹੀ ਆ ਜਦੋਂ ਤੱਕ ਤੁਸੀਂ ਉਸ ਬਣਾਈ ਹੋਈ ਮਰਿਆਦਾ ਅਨੁਸਾਰ ਹੀ ਚੱਲਦੇ ਹੋ। ਕਿਉਂਕਿ ਕਿਸੇ ਨੇ ਅੱਗੇ ਫਿਰ ਜਾ ਕੇ ਸਾਡੀ ਬਾਂਹ ਤਾਂ ਫੜਨੀ ਨਹੀਂ, ਜਿਨ੍ਹਾਂ ਨੇ ਬਦਲੀ ਆ ਉਹਨਾਂ ਨੇ ਵੀ ਨਹੀਂ ਫੜਨੀ। ਉਹ ਤਾਂ ਵਿਚਾਰੇ ਕਿਸੇ ਮਜਬੂਰੀ ਬਸ ਮਰਿਆਦਾ ਬਦਲਦੇ ਨੇ। ਇਸ ਕਰਕੇ ਸਹੀ ਮਰਿਆਦਾ ਦੇ ਅੰਦਰ ਹੀ ਸਾਨੂੰ ਰਹਿਣਾ ਚਾਹੀਦਾ, ਆਪਣੀਆਂ ਮਨਮਰਜ਼ੀਆਂ ਨਹੀਂ ਕਰਨੀਆਂ। ਜੇ ਅਸੀਂ ਤੁਹਾਡੇ ਸਿੱਖ ਬਣਨਾ ਹੁੰਦਾ ਫਿਰ ਬਣ ਜਾਂਦੇ, ਜੇ ਅਸੀਂ ਗੁਰੂ ਦੇ ਸਿੱਖ ਹਾਂ ਫਿਰ ਅਸੀਂ ਗੁਰੂ ਦੀ ਮਰਿਆਦਾ 'ਚ ਹੀ ਚੱਲਾਂਗੇ। ਜੇ ਬੰਦੇ ਦੇ ਸਿੱਖ ਹੁੰਦੇ ਫਿਰ ਅਸੀਂ ਬੰਦੇ ਦੇ ਮਗਰ ਲੱਗ ਜਾਂਦੇ। ਇਸ ਕਰਕੇ ਬੰਦਿਆਂ ਦੀ ਬਣਾਈ ਹੋਈ ਕੋਈ ਮਰਿਆਦਾ ਉੱਥੇ ਪ੍ਰਵਾਨ ਨਹੀਂ ਹੈ।